ਸਕਰੀਨ ਤੇ ਤੁਸੀਂ ਇੱਕ ਫਿਗਰ ਦੇਖ ਰਹੇ ਹੋ ਜਿਸ ਵਿੱਚ ਦਿੱਤਾ ਹੋਇਆ ਹੈ AB ਬਰਾਬਰ AC। ਹੁਣ ਇੱਥੇ ਰੇਖਾਖੰਡ AB ਜਿਸ ਨੂੰ ਮੈਂ ਚਿੱਟੇ ਰੰਗ ਨਾਲ ਹਾਈਲਾਈਟ ਕਰ ਰਿਹਾ ਹਾਂ, ਰੇਖਾਖੰਡ AB ਬਰਾਬਰ ਹੈ ਰੇਖਾਖੰਡ AC। ਦੂਜੀ ਰੇਖਾਖੰਡ AC, ਇਹ ਦੋਨੋਂ ਹੀ ਰੇਖਾਖੰਡ ਆਪਸ 'ਚ ਬਰਾਬਰ ਹਨ। ਇਹ ਸਾਨੂੰ ਦਿੱਤਾ ਹੋਇਆ ਹੈ ਅਤੇ ਨਾਲ ਹੀ ਦਿੱਤਾ ਹੋਇਆ ਹੈ ਕੋਣ ABF, ਕੋਣ ABF ਜੋ ਕਿ ਬਿੰਦੂ B ਤੇ ਬਣ ਰਿਹਾ ਹੈ। ਇਹ ਕੋਣ ਇਸ ਦਾ ਮਾਪ ਬਰਾਬਰ ਹੈ ਕੋਣ ACE, ACE ਜੋ ਕਿ ਬਿੰਦੂ C ਤੇ ਕੋਣ ਬਣ ਰਿਹਾ ਹੈ। ਇਹਨਾਂ ਦੋਨਾਂ ਕੋਣਾਂ ਦਾ ਮਾਪ ਆਪਸ ਵਿੱਚ ਬਰਾਬਰ ਦਿੱਤਾ ਹੋਇਆ ਹੈ ਅਤੇ ਇੱਥੇ ਸਾਨੂੰ ਪੁੱਛਿਆ ਗਿਆ ਹੈ ਕਿ ਕੀ BF ਅਤੇ CE ਦਾ ਮਾਪ ਆਪਸ 'ਚ ਬਰਾਬਰ ਹੈ ਜਾਂ ਨਹੀਂ। ਇੱਥੇ ਸਾਨੂੰ ਪੁੱਛਿਆ ਗਿਆ ਹੈ ਕਿ ਕੀ BF ਬਰਾਬਰ CE, ਕੀ BF ਬਰਾਬਰ CE ਹੈ। ਇਹ ਸਾਨੂੰ ਇੱਥੇ ਪੁੱਛਿਆ ਗਿਆ ਹੈ। ਹੁਣ ਇਸ ਦੇ ਲਈ ਅਸੀਂ ਤਿਕੋਣਾਂ ਦੀ ਸਰਵੰਗ ਸਮਤਾ ਦੀ ਵਰਤੋਂ ਕਰਾਂਗੇ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਰੇਖਾਖੰਡ BF ਤਿਕੋਣ ABF ਦੀ ਭੁਜਾ ਹੈ, ਜਦ ਕਿ ਦੂਜਾ ਰੇਖਾਖੰਡ CE ਤਿਕੋਣ ACE ਦੀ ਭੁਜਾ ਹੈ। ਹੁਣ ਅੱਗੇ ਅਸੀਂ ਇਸ ਨੂੰ ਸਿੱਧ ਕਰਨ ਦੇ ਲਈ ਇੱਥੇ ਕੁਝ ਕਥਨ ਲਿਖਾਂਗੇ ਅਤੇ ਫਿਰ ਉਸ ਕਥਨ ਦੇ ਕਾਰਨ ਲਿਖਾਂਗੇ। ਹੁਣ ਇੱਥੇ ਅਸੀਂ ਕਥਨ ਲਿਖਾਂਗੇ, ਇਸ ਕਾਲਮ ਦੇ ਵਿੱਚ ਅਸੀਂ ਕਥਨ ਲਿਖਾਂਗੇ ਅਤੇ ਇਸ ਕਾਲਮ ਦੇ ਵਿੱਚ ਅਸੀਂ ਇਸ ਕਥਨ ਦੇ ਕਾਰਨ ਲਿਖਾਂਗੇ ਤਾਂ ਕਿ ਤੁਹਾਨੂੰ ਸਪਸ਼ਟ ਹੋ ਜਾਵੇ ਕਿ ਇਹ ਕਥਨ ਅਸੀਂ ਕਿਉਂ ਲਿਖਿਆ ਹੈ। ਹੁਣ ਇੱਥੇ ਪਹਿਲਾ ਕਥਨ ਲਿਖਦੇ ਹਾਂ ਕਿ ਭੁਜਾ AB ਬਰਾਬਰ ਭੁਜਾ AC, ਭੁਜਾ AB ਬਰਾਬਰ ਭੁਜਾ AC ਜੋ ਕਿ ਸਾਨੂੰ ਦਿੱਤਾ ਹੋਇਆ ਹੈ, ਜੋ ਕਿ ਸਾਨੂੰ ਦਿੱਤਾ ਹੈ। ਦੂਜਾ ਕਥਨ ਲਿਖਦੇ ਹਾਂ ਕਿ ਕੋਣ ABF ਇਹ ਬਰਾਬਰ ਹੈ ਕੋਣ ACE, ਕੋਣ ACE ਇਹ ਵੀ ਸਾਨੂੰ ਇੱਥੇ ਦਿੱਤਾ ਹੋਇਆ ਹੈ, ਇਹ ਸਾਨੂੰ ਦਿੱਤਾ ਹੈ। ਹੁਣ ਇੱਥੇ ਅੱਗੇ ਅਸੀਂ ਦੇਖਦੇ ਹਾਂ ਕਿ ਜੋ ਸਿਖਰ A ਤੇ ਕੋਣ ਬਣ ਰਿਹਾ ਹੈ, ਇਹ ਕੋਣ ਬਣ ਰਿਹਾ ਹੈ, ਇਹ ਦੋਨਾਂ ਤ੍ਰਿਭੁਜਾਂ ਦਾ ਸਾਂਝਾ ਕੋਣ ਹੈ। ਭਾਵ ਕਿ ਇਹ ਤ੍ਰਿਭੁਜ ABF ਦਾ ਵੀ ਕੋਣ ਹੈ ਅਤੇ ਇਹ ਤਿਕੋਣ ACE ਦਾ ਵੀ ਕੋਣ ਹੈ। ਇਸ ਲਈ ਅਸੀਂ ਤੀਜਾ ਕਥਨ ਲਿਖਦੇ ਹਾਂ ਕਿ ਕੋਣ BAF, ਕੋਣ BAF ਇਹ ਬਰਾਬਰ ਹੈ ਕੋਣ CAE, ਕੋਣ CAE। ਹੁਣ ਇੱਥੇ ਆਪਣੇ ਆਪ ਹੀ ਇਹ ਸਪਸ਼ਟ ਹੋ ਰਿਹਾ ਹੈ ਕਿ ਇਹ ਕੋਣ ਦੋਨਾਂ ਹੀ ਤਿਕੋਣਾਂ ਦਾ ਸਾਂਝਾ ਕੋਣ ਹੈ। ਤਾਂ ਇੱਥੇ ਇਸ ਦਾ ਕਾਰਨ ਅਸੀਂ ਇੱਦਾਂ ਹੀ ਲਿਖ ਲੈਂਦੇ ਹਾਂ ਕਿ ਇਹ ਦੋਨਾਂ ਦਾ ਸਾਂਝਾ ਕੋਣ ਹੈ, ਇਸ ਲਈ ਇਸ ਦਾ ਮਾਪ ਆਪਣੇ ਆਪ ਦੇ ਬਰਾਬਰ ਹੈ। ਤਾਂ ਇਹ ਸਾਡੇ ਕੋਲ ਸਾਂਝਾ ਕੋਣ ਹੈ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਇੱਕ ਤਿਕੋਣ ਦੇ ਦੋ ਕੋਣ ਅਤੇ ਉਹਨਾਂ ਦੇ ਵਿਚਕਾਰ ਦੀ ਭੁਜਾ ਦੂਜੀ ਤਿਕੋਣ ਦੇ ਦੋ ਕੋਣ ਅਤੇ ਉਹਨਾਂ ਦੇ ਵਿਚਕਾਰਲੀ ਭੁਜਾ ਦੇ ਬਰਾਬਰ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਐਂਗਲ ਸਾਈਡ ਐਂਗਲ ਸਰਵੰਗ ਸਮਤਾ ਕਸੌਟੀ ਦੇ ਅਨੁਸਾਰ ਇਹ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ। ਤਾਂ ਸਾਡੇ ਕੋਲ ਅਗਲਾ ਕਥਨ ਆ ਗਿਆ ਕਿ ਤਿਕੋਣ BAF, ਤਿਕੋਣ BAF ਅਸੀਂ ਇੱਥੇ ਇਹਨੂੰ ਹਾਈਲਾਈਟ ਕਰ ਲੈਂਦੇ ਹਾਂ। ਜੋ ਇਹ ਸਾਡੇ ਕੋਲ ਤਿਕੋਣ ਹੈ BAF, ਇਹ ਤਿਕੋਣ BAF ਇਹ ਸਰਵੰਗ ਸਮ ਹੈ, ਇਹ ਸਰਵੰਗ ਸਮ ਹੈ। ਦੂਜੀ ਤਿਕੋਣ ਹੈ CAE। ਹੁਣ ਦੇਖੋ ਅਸੀਂ ਪਹਿਲਾਂ B ਤੋਂ ਸ਼ੁਰੂ ਕੀਤਾ ਸੀਗਾ, B ਤੋਂ A ਵੱਲ ਗਏ BAF, ਤਾਂ ਹੁਣ ਅਸੀਂ ਦੂਜੀ ਤਿਕੋਣ ਇੱਥੋਂ ਸ਼ੁਰੂ ਕਰਾਂਗੇ C ਤੋਂ, ਕਿਉਂਕਿ ਇੱਥੇ ਅਸੀਂ ਚਿੱਟੇ ਕੋਣ ਵਾਲੇ ਨਿਸ਼ਾਨ ਤੋਂ ਸ਼ੁਰੂ ਕੀਤਾ ਸੀਗਾ ਤੇ ਇੱਥੇ ਚਿੱਟੇ ਕੋਣ ਦੇ ਨਿਸ਼ਾਨ ਤੋਂ ਅਸੀਂ ਸ਼ੁਰੂ ਕਰਾਂਗੇ CAE। ਤਾਂ ਇਹ ਵਾਲੀ ਤਿਕੋਣ, ਤਾਂ ਸਾਡੇ ਕੋਲ ਜੋ ਇਹ ਤਿਕੋਣ ਬਣ ਰਹੀ ਹੈ, ਇਹ ਤਿਕੋਣ ਤੇ ਪਹਿਲੀ ਵਾਲੀ ਤਿਕੋਣ ਇਹ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ। ਤਾਂ ਇਹ ਤਿਕੋਣ ਹੈ ਤਿਕੋਣ CAE, ਇਹ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ ਤੇ ਸਰਵੰਗ ਸਮਤਾ ਦੀ ਕਸੌਟੀ ਸੀ ਉਰੇ ਐਂਗਲ ਸਾਈਡ ਐਂਗਲ, ਭਾਵ ਐਂਗਲ ਸਾਈਡ ਐਂਗਲ ਸਰਵੰਗ ਸਮਤਾ ਕਸੌਟੀ, ਜੋ ਕਿ ਸਾਨੂੰ ਇਹਨਾਂ ਪਹਿਲੇ ਤਿੰਨ ਕਥਨਾਂ ਤੋਂ ਪਤਾ ਲੱਗੀ। ਹੁਣ ਪਹਿਲਾ ਕਥਨ ਸੀ ਕਿ ਇਸ ਦੀਆਂ ਦੋ ਭੁਜਾਵਾਂ ਆਪਸ 'ਚ ਬਰਾਬਰ ਹਨ ਅਤੇ ਦੂਜੇ ਤੇ ਤੀਜੇ ਕਥਨ ਤੋਂ ਪਤਾ ਲੱਗਿਆ ਕਿ ਇਸ ਦੇ ਦੋ ਕੋਣ ਦੂਜੀ ਤਿਕੋਣ ਦੇ ਦੋ ਕੋਣਾਂ ਦੇ ਬਰਾਬਰ ਹਨ। ਤਾਂ ਇਸ ਲਈ ਕਥਨ 1, 2, 3 ਤੋਂ ਸਾਨੂੰ ਪਤਾ ਲੱਗਿਆ ਕਿ ਦੋਨੋਂ ਹੀ ਤਿਕੋਣਾ ਆਪਸ 'ਚ ਸਰਵੰਗ ਸਮ ਹਨ। ਹੁਣ ਅੱਗੇ ਅਸੀਂ ਜਾਣਦੇ ਹਾਂ ਕਿ ਜਦੋਂ ਦੋ ਤਿਕੋਣਾ ਸਰਵੰਗ ਸਮ ਹੁੰਦੀਆਂ ਹਨ
ਤਾਂ ਉਸਦੇ ਸੰਗਤ ਭਾਗ ਆਪਸ ਵਿੱਚ ਬਰਾਬਰ ਹੁੰਦੇ ਹਨ। ਭਾਵ ਉਸਦੇ ਸੰਗਤ ਕੋਣ ਅਤੇ ਸੰਗਤ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਤਾਂ ਹੁਣ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਤਿਕੋਣ BAF ਦੀ ਭੁਜਾ BF ਅਤੇ ਤਿਕੋਣ CAE ਦੀ ਭੁਜਾ CE ਇਹਨਾਂ ਦੋਨਾਂ ਦੀ ਲੰਬਾਈ ਆਪਸ ਵਿੱਚ ਬਰਾਬਰ ਹੈ। ਭਾਵ ਕਿ ਇਹ ਭੁਜਾ ਅਤੇ ਇਹ ਭੁਜਾ ਇਹਨਾਂ ਦੋਨਾਂ ਦੀ ਲੰਬਾਈ ਆਪਸ ਵਿੱਚ ਬਰਾਬਰ ਹੈ। ਤਾਂ ਇੱਥੋਂ ਸਪਸ਼ਟ ਹੋ ਗਿਆ ਕਿ ਭੁਜਾ BF ਦਾ ਮਾਪ ਬਰਾਬਰ ਹੈ ਭੁਜਾ CE ਦੇ, ਜੋ ਕਿ ਸਾਨੂੰ ਕਥਨ 4 ਤੋਂ ਪਤਾ ਲੱਗਿਆ। ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਦੋ ਤਿਕੋਣਾਂ ਸਰਵੰਗ ਸਮ ਹੁੰਦੀਆਂ ਹਨ ਤਾਂ ਉਸ ਦੀਆਂ ਸੰਗਤ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ, ਜਿਸ ਨੂੰ ਸ਼ਾਰਟ ਦੇ ਵਿੱਚ ਅਸੀਂ ਲਿਖ ਸਕਦੇ ਹਾਂ CPCT। ਹੁਣ ਆਓ ਅੱਗੇ ਕੁਝ ਹੋਰ ਸਿੱਧ ਕਰਦੇ ਹਾਂ। ਇੱਥੇ ਅਸੀਂ ਸਿੱਧ ਕਰਦੇ ਹਾਂ ਕਿ ਕੀ ਭੁਜਾ ED ਬਰਾਬਰ ਹੈ FD ਦੇ। ਇੱਥੇ ਅਸੀਂ ਸਿੱਧ ਕਰਨਾ ਹੈ ED ਬਰਾਬਰ FD ਦੇ ਹੈ ਜਾਂ ਨਹੀਂ। ਹੁਣ ED ਸਾਡੇ ਕੋਲ ਇਹ ਭੁਜਾ ਹੈ ਅਤੇ FD ਸਾਡੇ ਕੋਲ ਇਹ ਭੁਜਾ ਹੈ। ਇਹਨਾਂ ਨੂੰ ਅਸੀਂ ਸਿੱਧ ਕਰਨਾ ਹੈ ਕਿ ਆਪਸ 'ਚ ਬਰਾਬਰ ਹਨ। ਤਾਂ ਇਸ ਦੇ ਲਈ ਅਸੀਂ ਦੋ ਤਿਕੋਣਾਂ ਲਵਾਂਗੇ, ਤਿਕੋਣ EBD ਅਤੇ ਦੂਜੀ ਤਿਕੋਣ CFD, ਅਤੇ ਇਹਨਾਂ ਦੋਨਾਂ ਤਿਕੋਣਾਂ ਨੂੰ ਸਰਵੰਗ ਸਮ ਸਿੱਧ ਕਰਦੇ ਹਾਂ ਅਤੇ ਫਿਰ ਅਸੀਂ ਦੱਸ ਸਕਦੇ ਹਾਂ ਕਿ ਇਹ ਦੋਨੋਂ ਹੀ ਭੁਜਾਵਾਂ ਆਪਸ ਵਿੱਚ ਬਰਾਬਰ ਹਨ ਜਾਂ ਨਹੀਂ। ਤਾਂ ਇਸ ਦੇ ਲਈ ਵਾਪਸ ਅਸੀਂ ਪਹਿਲਾਂ ਕਥਨ ਨੰਬਰ 4 ਤੇ ਹੀ ਜਾਂਦੇ ਹਾਂ, ਜਿਸ ਦੇ ਵਿੱਚ ਅਸੀਂ ਸਿੱਧ ਕੀਤਾ ਸੀ ਕਿ ਤਿਕੋਣ BAF ਸਰਵੰਗ ਸਮ ਹੈ ਤਿਕੋਣ CAE। ਹੁਣ ਇਸ ਦੇ ਅਨੁਸਾਰ ਇਸ ਤਿਕੋਣ ਦੀ ਭੁਜਾ AE ਇਸ ਦਾ ਮਾਪ ਬਰਾਬਰ ਹੋਏਗਾ ਦੂਜੀ ਤਿਕੋਣ ਦੀ ਭੁਜਾ AF ਦੇ। ਇਹਨਾਂ ਦੋਨਾਂ ਭੁਜਾਵਾਂ ਦਾ ਮਾਪ ਆਪਸ 'ਚ ਬਰਾਬਰ ਹੋਏਗਾ, ਕਿਉਂਕਿ ਦੋਨੋਂ ਹੀ ਤਿਕੋਣਾਂ ਸਰਵੰਗ ਸਮ ਹਨ ਅਤੇ ਉਸ ਦੀਆਂ ਸੰਗਤ ਭੁਜਾਵਾਂ ਦਾ ਮਾਪ ਆਪਸ 'ਚ ਬਰਾਬਰ ਹੁੰਦਾ ਹੈ। ਹੁਣ ਇਸ ਦੇ ਕਾਰਨ ਸਾਨੂੰ ਇੱਥੇ ਇਹ ਪਤਾ ਲੱਗਦਾ ਹੈ ਕਿ ਭੁਜਾ BE ਅਤੇ CF ਦੀ ਲੰਬਾਈ ਵੀ ਆਪਸ 'ਚ ਬਰਾਬਰ ਹੋਏਗੀ, ਕਿਉਂਕਿ AB ਦੀ ਲੰਬਾਈ AC ਦੇ ਬਰਾਬਰ ਹੈ ਅਤੇ AE ਦੀ ਲੰਬਾਈ AF ਦੇ ਬਰਾਬਰ ਹੈ। ਹੁਣ ਜਦੋਂ ਇਸ ਪੂਰੀ ਭੁਜਾ ਵਿੱਚੋਂ ਅਸੀਂ AE ਘਟਾਵਾਂਗੇ ਤਾਂ BE ਰਹਿ ਜਾਵੇਗਾ। ਹੁਣ ਇੱਥੇ ਅਗਰ ਅਸੀਂ ਇਸ ਪੂਰੀ ਭੁਜਾ ਦੇ ਵਿੱਚੋਂ ਅਸੀਂ AE ਘਟਾ ਦੇਵਾਂਗੇ ਤਾਂ ਸਾਡੇ ਕੋਲ EB ਦੀ ਲੰਬਾਈ ਰਹਿ ਜਾਵੇਗੀ। ਇਸੇ ਤਰ੍ਹਾਂ ਇੱਧਰ ਅਗਰ ਅਸੀਂ AC ਜੋ ਸਾਡੀ ਪੂਰੀ ਭੁਜਾ ਹੈ ਉਸ ਦੇ ਵਿੱਚੋਂ AF ਘਟਾ ਦੇਵਾਂਗੇ ਤਾਂ ਸਾਡੇ ਕੋਲ CF ਬਚ ਜਾਏਗਾ। 6 ਨੰਬਰ ਕਥਨ ਤੇ ਅਸੀਂ ਲਿਖਦੇ ਹਾਂ ਕਿ AE ਬਰਾਬਰ ਹੈ AF, ਤੇ ਇਸ ਦਾ ਕਾਰਨ ਵੀ ਆਹ ਕਥਨ ਨੰਬਰ 4 ਹੀ ਹੈ ਅਤੇ ਇਹਨੂੰ ਸ਼ਾਰਟ 'ਚ ਲਿਖ ਦਿੰਦੇ ਹਾਂ CPCT। ਭਾਵ ਕਿ ਸਰਵੰਗ ਸਮ ਤਿਕੋਣਾਂ ਦੇ ਸੰਗਤ ਭਾਗ ਆਪਸ 'ਚ ਬਰਾਬਰ ਹੁੰਦੇ ਹਨ। ਤਾਂ ਇੱਥੋਂ ਅਸੀਂ ਜਿਵੇਂ ਪਹਿਲਾਂ ਡਿਸਕਸ ਕੀਤਾ, ਇੱਥੋਂ ਸਾਨੂੰ ਪਤਾ ਲੱਗ ਗਿਆ ਸੀ ਕਿ BE 7 ਨੰਬਰ ਕਾਲਮ ਤੇ ਲਿਖਦੇ ਹਾਂ ਕਿ BE ਦੀ ਲੰਬਾਈ ਬਰਾਬਰ ਸੀ CF ਦੇ। ਇਸ ਦਾ ਅੱਗੇ ਕਾਰਨ ਲਿਖ ਲੈਂਦੇ ਹਾਂ। ਇਸ ਦਾ ਕਾਰਨ ਇਹ ਹੈ ਕਿ BE ਬਰਾਬਰ ਹੈ AB ਮਾਈਨਸ AE। ਹੁਣ ਅੱਗੇ AB ਬਰਾਬਰ ਹੈ AC ਦੇ, ਜੋ ਕਿ ਸਾਨੂੰ ਦਿੱਤਾ ਹੋਇਆ ਹੈ AB ਬਰਾਬਰ ਹੈ AC। ਤਾਂ ਅਸੀਂ ਇੱਥੇ ਲਿਖ ਲੈਂਦੇ ਹਾਂ AB ਦੀ ਥਾਂ ਤੇ ਲਿਖ ਲੈਂਦੇ ਹਾਂ AC, ਅਤੇ AE ਦੀ ਥਾਂ ਇਹ ਦੇਖੋ ਅਸੀਂ ਇੱਥੇ ਸਿੱਧ ਕੀਤਾ ਸੀ AE ਹੈ ਬਰਾਬਰ AF ਦੇ, ਤਾਂ ਇੱਥੇ ਅਸੀਂ ਲਿਖ ਲੈਂਦੇ ਹਾਂ ਮਾਈਨਸ AF। ਤਾਂ ਹੁਣ AC ਮਾਈਨਸ AC ਮਾਈਨਸ AF ਇਹ ਬਰਾਬਰ ਹੋਇਆ CF ਦੇ। ਇਹ ਅੱਗੇ ਬਰਾਬਰ ਹੋ ਗਿਆ CF ਦੇ। ਤਾਂ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ BE ਦੀ ਲੰਬਾਈ ਬਰਾਬਰ ਹੈ CF ਦੇ। ਹੁਣ ਅੱਗੇ ਅਸੀਂ ਦੇਖਦੇ ਹਾਂ ਕਿ ਇੱਥੇ ਕੋਣ ਜੋ ਇੱਥੇ ਬਣ ਰਿਹਾ ਹੈ ਇਹ ਕੋਣ ਅਤੇ ਜੋ ਇੱਥੇ ਬਣ ਰਿਹਾ ਇਹ ਕੋਣ, ਇਹਨਾਂ ਦੋਨਾਂ ਕੋਣਾਂ ਦਾ ਮਾਪ ਆਪਸ 'ਚ ਬਰਾਬਰ ਹੋਏਗਾ, ਕਿਉਂਕਿ ਦੋਨੋਂ ਹੀ ਸਿਖਰ ਸਨਮੁਖ ਕੋਣ ਹਨ। ਤਾਂ ਇੱਥੇ ਸਾਡੇ ਕੋਲ ਕਥਨ ਨੰਬਰ 8 ਆ ਗਿਆ ਕਿ ਕੋਣ EDB ਇਸ ਦਾ ਮਾਪ ਬਰਾਬਰ ਹੈ FDC। ਕੋਣ FDC ਇਹਨਾਂ ਦੋਨਾਂ ਕੋਣਾਂ ਦਾ ਮਾਪ ਬਰਾਬਰ ਹੈ, ਕਿਉਂਕਿ ਦੋਨੋਂ ਹੀ ਸਿਖਰ ਸਨਮੁਖ ਕੋਣ ਹਨ। ਸਿਖਰ ਸਨਮੁਖ ਕੋਣਾਂ ਦਾ ਮਾਪ ਆਪਸ ਵਿੱਚ ਬਰਾਬਰ ਹੁੰਦਾ ਹੈ, ਇਹ ਅਸੀਂ ਪਹਿਲਾਂ ਹੀ ਜਾਣਦੇ ਹਾਂ। ਤਾਂ ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਇਹਨਾਂ ਦੋ ਹੀ ਤਿਕੋਣਾਂ ਦੇ ਵਿੱਚ ਇਹ ਕੋਣ ਇਸ ਕੋਣ ਦੇ ਬਰਾਬਰ ਹੈ, ਇਹ ਕੋਣ ਇਸ ਕੋਣ ਦੇ ਬਰਾਬਰ ਹੈ ਅਤੇ ਇਹ ਭੁਜਾ ਇਸ ਭੁਜਾ ਦੇ ਬਰਾਬਰ ਹੈ।
ਤਾਂ ਇੱਥੇ ਸਰਵੰਗ ਸਮਤਾ ਕਸੌਟੀ AAS ਦੇ ਅਨੁਸਾਰ ਇਹ ਦੋਨੋਂ ਹੀ ਤਿਕੋਣਾ ਸਰਵੰਗ ਸਮ ਹਨ। ਤਾਂ ਹੁਣ ਇੱਥੇ ਤਿਕੋਣ EBD, ਤਿਕੋਣ EBD ਇਹ ਸਰਵੰਗ ਸਮ ਹੈ। ਦੂਜੀ ਤਿਕੋਣ FCD, ਅਸੀਂ F ਤੋਂ ਸ਼ੁਰੂ ਕਰਕੇ C ਵੱਲ ਜਾਵਾਂਗੇ ਕਿਉਂਕਿ ਪਹਿਲਾਂ ਅਸੀਂ E ਤੋਂ ਸ਼ੁਰੂ ਕਰਕੇ B ਵੱਲ ਗਏ ਸੀ। ਤਾਂ FCD ਤਿਕੋਣ FCD ਇਹ ਦੋਨੋਂ ਹੀ ਤਿਕੋਣਾ ਆਪਸ 'ਚ ਸਰਵੰਗ ਸਮ ਹਨ, ਜੋ ਸਾਨੂੰ AAS ਸਰਵੰਗ ਸਮਤਾ ਕਸੌਟੀ ਤੋਂ ਪਤਾ ਲੱਗਿਆ। ਅੱਗੇ ਅਸੀਂ ਜਾਣਦੇ ਹਾਂ ਕਿ ਜਦੋਂ ਦੋ ਤਿਕੋਣਾ ਸਰਵੰਗ ਸਮ ਹੋਣ ਤਾਂ ਉਹਨਾਂ ਦੇ ਸੰਗਤ ਭਾਗ ਆਪਸ ਵਿੱਚ ਬਰਾਬਰ ਹੁੰਦੇ ਹਨ। ਇਸ ਲਈ ਇਸ ਤਿਕੋਣ ਦੀ ਭੁਜਾ ED ਇਸ ਦੀ ਲੰਬਾਈ ਬਰਾਬਰ ਹੋਵੇਗੀ ਇਸ ਤਿਕੋਣ ਦੀ ਭੁਜਾ FD ਦੇ। ਤਾਂ ਸਾਡੇ ਕੋਲ ਕਥਨ ਨੰਬਰ 10 ਆ ਗਿਆ ਕਿ ED ਇਹ ਬਰਾਬਰ ਹੈ FD ਦੇ, ਇਹ ਬਰਾਬਰ ਹੈ FD ਦੇ, ਜੋ ਕਿ ਅਸੀਂ ਕਥਨ ਨੰਬਰ 9 ਦੇ ਆਧਾਰ ਤੇ ਕਹਿ ਸਕਦੇ ਹਾਂ। ਹੁਣ ਕਥਨ ਨੰਬਰ 9 ਦੇ ਅਨੁਸਾਰ ਦੋਨੋਂ ਹੀ ਤਿਕੋਣਾ ਸਰਵੰਗ ਸਮ ਸੀ, ਇਸ ਲਈ ਇਸ ਦੇ ਸੰਗਤ ਭਾਗ ਆਪਸ 'ਚ ਬਰਾਬਰ ਹਨ। ਤਾਂ ਇੱਥੇ ਇਸ ਨੂੰ ਸ਼ਾਰਟ 'ਚ ਲਿਖ ਲੈਂਦੇ ਹਾਂ CPCT। ਤਾਂ ਇੱਥੇ ਅਸੀਂ ਦੇਖਿਆ ਕਿ ਅਸੀਂ ਦੋ ਵੱਖ-ਵੱਖ ਤਿਕੋਣਾ ਲੈ ਕੇ ਅਤੇ ਉਸ ਨੂੰ ਸਰਵੰਗ ਸਮਤਾ ਕਸੌਟੀ ਦੇ ਅਨੁਸਾਰ ਸਰਵੰਗ ਸਮ ਸਿੱਧ ਕਰਕੇ ਬਾਅਦ ਵਿੱਚ ਇਹ ਪਤਾ ਲਗਾ ਲਿਆ ਕਿ ਕਿਹੜੀਆਂ-ਕਿਹੜੀਆਂ ਭੁਜਾਵਾਂ ਆਪਸ 'ਚ ਬਰਾਬਰ ਹਨ।